ਆਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਣ ਤਾਰਣ ਹਰ ਨਿਧ, ਦੁਖ ਨ ਸਕੈ ਬਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਣ ਤਾਰਨ ਹਰ ਨਿਧ, ਦੁਖ ਨ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨ ਸੂਝੈ। ਇਹ ਜਤਨ ਕਾਟ ਕਲ ਕਾਲ ਰਹਾਉ। ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਇ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਵੇਦ ਸਿਮਰਤ ਕਥੈ ਸਾਸਤ, ਭਗਤ ਕਰਹਿ ਵਿਚਾਰ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕੋ। ਤਾਣ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਦੇਨ ਦੁਨੀਆ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰੂ ਘਰ ਦੇ ਮਹਾਨ ਅਨੇਨ ਸੇਵਕ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ, ਜਿਨ੍ਹਾਂ ਨੂੰ ਅਰਦਾਸ ਵਿੱਚ ਆਪਾਂ ਨਿਤਾ ਪ੍ਰਤੀ ਚੇਤੇ ਕਰਦੇ ਹਾਂ। ਜਦੋਂ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੇ ਬੰਦ ਕਟਾਏ, ਤਾਂ ਸਾਡਾ ਧਿਆਨ ਜਿਸ ਮਹਾਂਪੁਰਸ਼, ਜਿਸ ਸ਼ਹੀਦ ਵੱਲ ਜਾਂਦਾ ਹੈ, ਸ਼ਹੀਦ ਭਾਈ ਮਨੀ ਸਿੰਘ ਜੀ। ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਨਖਾਸ ਚੌਂਕ ਵਿੱਚ ਲਾਹੌਰ ਦੀ ਧਰਤੀ 'ਤੇ ਭਾਈ ਸਾਹਿਬ ਜੀ ਦਾ ਬੰਦ ਕੱਟ ਕੇ ਭਾਈ ਮਨੀ ਸਿੰਘ ਜੀ ਦੇ 2 ਪੁੱਤਰਾਂ ਸਮੇਤ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਗੁਰੂ ਘਰ ਵਿੱਚ ਮਾਣ ਸਤਿਕਾਰ ਹੈ। ਕਲਗੀਧਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਨੂੰ ਔਰ ਉਹਨਾਂ ਦੇ ਪੁੱਤਰਾਂ ਨੂੰ ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਅਜਬ ਸਿੰਘ, ਅਜਾਇਬ ਸਿੰਘ ਜੀ ਹੋਣਾ ਨੂੰ
ਆਪਣੇ ਹੱਥੀਂ ਹੁਕਮਨਾਮਾ ਲਿਖ ਕੇ ਦਿੱਤਾ ਔਰ ਆਖਿਆ ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਮੇਰੇ ਸਾਹਿਬਜ਼ਾਦੇ ਹੋ। ਤੁਹਾਨੂੰ ਗੁਰੂ ਰੱਖੇਗਾ। ਇਸ ਪ੍ਰਕਾਰ ਇਹ ਹੁਕਮਨਾਮਾ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਭਾਈ ਮਨੀ ਸਿੰਘ ਜੀ ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ। ਭਾਈ ਸਾਹਿਬ ਜੀ ਦੇ ਪਿਤਾ ਦਾ ਨਾਂ ਸੀ ਭਾਈ ਮਾਈ ਦਾਸ ਔਰ ਦਾਦੇ ਦਾ ਨਾਂ ਸੀ ਭਾਈ ਬੱਲੂ। ਭਾਈ ਬੱਲੂ ਜੀ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਰਹਿ ਕੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਦੇ ਪੁੱਤਰ ਭਾਈ ਮਾਈ ਦਾਸ ਦੇ ਪੁੱਤਰ ਭਾਈ ਮਨੀ ਸਿੰਘ ਜੀ। 12 ਭਰਾ ਸਨ ਭਾਈ ਮਨੀ ਸਿੰਘ ਹੋਣੀ। ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਦੇ ਪਾਣੀ 'ਚੋਂ ਬਾਲਿਆ ਗਿਆ, ਭਾਈ ਸਾਹਿਬ ਜੀ ਦੇ ਭਰਾ ਸਨ। ਭਾਈ ਆਲਮ ਸਿੰਘ ਜੀ ਨੱਚਣਾ, ਇਹ ਵੀ ਭਾਈ ਮਨੀ ਸਿੰਘ ਹੋਣਾ ਦੇ ਭਰਾਤਾ ਸਨ। ਤੋ ਇਸ ਪ੍ਰਕਾਰ ਨਾਲ ਭਾਈ ਮਨੀ ਸਿੰਘ ਜੀ ਸਤਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਕੀਰਤਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ, ਗੁਰੂ ਕੀ ਸਿੱਖੀ ਧਾਰਨ ਕੀਤੀ। 7ਵੇਂ 8ਵੇਂ ਔਰ 9ਵੇਂ ਤੇ 10ਵੇਂ ਪਾਤਸ਼ਾਹ ਜੀ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ ਔਰ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਜਿਸ ਵਕਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਪੰਥ ਦੀ ਸਾਜਨਾ ਕੀਤੀ, ਭਾਈ ਮਨੀ ਸਿੰਘ ਜੀ ਆਪਣੇ 10 ਪੁੱਤਰਾਂ ਸਮੇਤ ਗੁਰੂ ਚਰਨਾਂ 'ਚ ਹਾਜ਼ਰ ਹੋਏ ਤੇ ਖੰਡੇ ਦੀ ਪੌਲ ਛਕ ਕੇ ਸਿੰਘ ਸਜੇ। ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਸ ਵੇਲੇ ਲਿਖਿਆ, ਮਹਾਰਾਜ ਕਲਗੀਧਰ ਜੀ ਨੇ ਲਿਖਵਾਇਆ। ਲਿਖਾਰੀ ਵਜੋਂ ਸਰੂਪ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਣਿਆਂ ਦਾ ਕਬਜ਼ਾ ਸੀ ਬਾਬੇ ਪ੍ਰਿਥੀ ਚੰਦ ਦੀ ਅੰਸ ਬੰਸ ਦਾ। ਜਿਸ ਵੇਲੇ ਸੋਢੀ ਹਰਜੀ ਕੌਲ ਜੀ ਵਰਗੇ ਸਰੀਰ ਤਿਆਗ ਗਏ ਤਾਂ ਉਸ ਵੇਲੇ ਭਾਈ ਮਨੀ ਸਿੰਘ ਜੀ ਨੂੰ ਕਲਗੀਧਰ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਵਜੋਂ ਭੇਜਿਆ ਕਿ ਤੁਸੀਂ ਜਾ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਸੇਵਾ ਟਹਿਲ ਕਰੋ। ਭਾਈ ਸਾਹਿਬ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ। ਉੱਥੇ ਜਿਹੜੀਆਂ ਮੀਣਿਆਂ ਵੱਲੋਂ ਕੁਰੀਤੀਆਂ ਸਨ, ਉਹਨਾਂ ਕੁਰੀਤੀਆਂ ਦਾ ਨਿਵਾਰਨ ਕਰਕੇ ਗੁਰਮਤਿ ਮਰਿਆਦਾ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ, ਜੋ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਚਲਾਈ ਸੀ। ਲੰਮਾ ਸਮਾਂ ਭਾਈ ਮਨੀ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ। ਇੱਥੇ ਹੀ ਬਹੁਤ ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਦੀ ਸੰਥਿਆ ਕਰਾਈ, ਗੁਰਬਾਣੀ ਪੜ੍ਹਾਈ। ਜਿੱਥੋਂ ਭਾਈ ਮਨੀ ਸਿੰਘ ਜੀ ਦੀ ਜਿਹੜੀ ਟਕਸਾਲ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ, ਉਹ ਚੱਲਦੀ ਹੈ। ਬੜੇ ਬੜੇ ਮਹਾਂਪੁਰਸ਼, ਬੜੇ ਬੜੇ ਵਿਦਵਾਨ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਾਸੋਂ ਪੜ੍ਹੇ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਨਿਹੰਗ ਸਿੰਘ, ਉਹ ਭਾਈ ਮਨੀ ਸਿੰਘ ਜੀ ਦੇ ਸ਼ਾਗਿਰਦ ਸੀ। ਉਹਨਾਂ ਦੇ ਕੋਲੋਂ ਉਹਨਾਂ ਨੇ ਵਿੱਦਿਆ ਪੜ੍ਹੀ ਸੀ। ਭਾਈ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਮਨੀ ਸਿੰਘ ਕੋ ਜੂਠਾ ਖਾਇਓ, ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦਾ ਸ਼ੀਤ ਪ੍ਰਸਾਦ ਛਕਿਆ ਹੋਇਆ ਸੀ, ਭਾਵ ਉਹਨਾਂ ਦੀ ਗੁੜਤੀ ਲਈ ਹੋਈ ਸੀ ਗੁਰਸਿੱਖੀ ਦੀ। ਤੋ ਬਹੁਤ ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਪੜ੍ਹਾਈ, ਗੁਰਬਾਣੀ ਦੀ ਸੰਥਿਆ ਕਰਾਈ, ਗੁਰਬਾਣੀ ਦੀ ਕਥਾ। ਆਪ ਭਾਈ ਮਨੀ ਸਿੰਘ ਜੀ ਨੇ ਬਹੁਤ ਸਾਰਾ ਮਹਾਨ ਪਰਉਪਕਾਰ ਕਰਦਿਆਂ ਹੋਇਆਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਦੀਆਂ ਜਿਹੜੀਆਂ ਸੈਂਚੀਆਂ ਸਨ, ਉਹਨਾਂ ਨੂੰ ਇਕੱਠਿਆਂ ਕਰਕੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ। ਔਰ ਆਦਿ ਦਸਮ ਦੇ ਸਰੂਪ ਦੋਵੇਂ ਇੱਕ ਜਿਲਦ ਵਿੱਚ ਇਕੱਠੇ ਕੀਤੇ, ਜੋ ਪੰਥ ਨੇ ਪ੍ਰਵਾਨ ਨਹੀਂ ਸੀ ਕੀਤੇ।
ਭਾਈ ਮਨੀ ਸਿੰਘ ਜੀ ਦਾ ਲਿਖਿਆ ਹੋਇਆ ਉਹ ਪਵਿੱਤਰ ਸਰੂਪ ਜੋ ਆਦਿ ਔਰ ਦਸਮ ਬਾਣੀ ਦਾ ਹੈ, ਜੋ ਗੁਰੂ ਪਾਤਸ਼ਾਹ ਦੇ ਕਰਮਵਾਰ ਗੁਰਬਾਣੀ ਨੂੰ ਭਾਈ ਸਾਹਿਬ ਜੀ ਨੇ ਦਰਜ ਕੀਤਾ ਹੈ, ਪਿੱਛੋਂ ਬਾਅਦ ਵਿੱਚ ਭਗਤਾਂ ਨੂੰ, ਭੱਟਾਂ ਨੂੰ, ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਹੈ। ਉਹ ਪਾਵਨ ਬੀੜ ਭਾਈ ਮਨੀ ਸਿੰਘ ਜੀ ਵੱਲੋਂ ਲਿਖੀ ਹੋਈ ਦਿੱਲੀ ਵਿੱਚ ਅੱਜ ਵੀ ਸੁਭਾਏਮਾਨ ਹੈ। ਸੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਿੱਥੇ ਦਸਮ ਸਾਹਿਬ ਜੀ ਦੀ ਪਾਵਨ ਬੀੜ ਲਿਖੀ, ਸਰੂਪ ਜਿਹੜਾ ਕਿਉਂਕਿ ਸੈਂਚੀਆਂ ਖਿੰਡੀਆਂ ਹੋਈਆਂ ਸੀ, ਇੱਕ ਰੂਪ ਇਕੱਠਾ ਕੀਤਾ, ਉੱਥੇ ਭਾਈ ਸਾਹਿਬ ਜੀ ਨੇ ਗਿਆਨ ਰਤਨਾਵਲੀ, ਭਗਤ ਰਤਨਾਵਲੀ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਕੀਤਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਜਨਮ ਸਾਖੀ ਭਾਈ ਮਨੀ ਸਿੰਘ ਸਾਹਿਬ ਨੇ ਆਪਣੀ ਕਲਮ ਨਾਲ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਤਰਜਮਾ ਕਰਦਿਆਂ ਲਿਖੀ। ਭਗਤ ਰਤਨਾਵਲੀ, ਜਿਸ ਨੂੰ ਸਿੱਖਾਂ ਦੀ ਭਗਤਮਾਲਾ ਵੀ ਕਹਿੰਦੇ ਹਨ, ਤੋ ਇਸ ਪ੍ਰਕਾਰ ਨਾਲ ਭਾਈ ਮਨੀ ਸਿੰਘ ਸਾਹਿਬ ਜੀ ਪਾਸੋਂ ਬਹੁਤ ਸਾਰੇ ਸਿੰਘਾਂ ਨੇ, ਜਿਵੇਂ ਭਾਈ ਭਗਤ ਸਿੰਘ ਜੀ ਹੋਣਾ ਨੇ, ਇਤਿਹਾਸ ਸੁਣ ਕੇ ਭਾਈ ਮਨੀ ਸਿੰਘ ਜੀ ਪਾਸੋਂ ਗੁਰਬਿਲਾਸ ਪਾਤਸ਼ਾਹੀ 6ਵੀਂ ਦੀ ਰਚਨਾ ਕੀਤੀ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ, ਜਿਵੇਂ ਕੋਇਰ ਸਿੰਘ ਜੀ ਨੇ ਦਸਮ ਪਾਤਸ਼ਾਹ ਕਲਗੀਧਰ ਜੀ ਦਾ ਗੁਰਬਿਲਾਸ ਪਾਤਸ਼ਾਹੀ 10ਵੀਂ ਲਿਖਿਆ ਹੈ। ਭਾਈ ਕੋਇਰ ਸਿੰਘ ਜੀ ਵੀ ਇਹੀ ਕਹਿੰਦੇ ਨੇ ਕਿ ਮੈਂ ਭਾਈ ਮਨੀ ਸਿੰਘ ਜੀ ਪਾਸੋਂ ਕਲਗੀਧਰ ਜੀ ਦਾ ਇਤਿਹਾਸ ਸੁਣ ਕੇ ਇਸ ਦੇ ਵਿੱਚ ਲਿਖਿਆ ਹੈ। ਇਹ ਬੜੇ ਵੱਡੇ ਮਹਾਨ ਪਰਉਪਕਾਰ ਭਾਈ ਮਨੀ ਸਿੰਘ ਸਾਹਿਬ ਜੀ ਦੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ 6ਵੇਂ ਪਾਤਸ਼ਾਹ ਔਰ 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਕਲਮਬੰਦ ਕਰਵਾ ਕੇ ਸਿੱਖਾਂ ਦੇ ਵਿੱਚ ਪ੍ਰਚਲਿਤ ਕੀਤਾ, ਤਾਂ ਜੋ ਗੁਰਸਿੱਖ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਤੋਂ ਜਾਣੂ ਹੋ ਸਕਣ। ਇਸ ਕਰਕੇ ਭਾਈ ਮਨੀ ਸਿੰਘ ਜੀ ਮਹਾਨ ਲਿਖਾਰੀ ਵੀ ਸਨ। ਕਲਗੀਧਰ ਜੀ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚਲੇ ਗਏ, ਜੋਤੀ ਜੋਤ ਸਮਾ ਗਏ, ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਦੀ ਸੇਵਾ ਨਿਭਾਉਂਦੇ ਰਹੇ। ਮਾਤਾ ਸੁੰਦਰੀ ਜੀ ਦੇ ਨਾਲ ਭਾਈ ਮਨੀ ਸਿੰਘ ਜੀ ਦੀ ਵਾਰਤਾਲਾਪ ਹੁੰਦੀ ਹੈ, ਚਿੱਠੀਆਂ ਹੁਣ ਵੀ ਮਿਲਦੀਆਂ ਹਨ। ਭਾਈ ਸਾਹਿਬ ਨੇ ਚਿੱਠੀਆਂ ਲਿਖ ਕੇ ਮਾਤਾ ਜੀ ਨੂੰ ਭੇਜਿਆ, ਮਾਤਾ ਜੀ ਸਰੀਰ ਠੀਕ ਨਹੀਂ ਰਹਿੰਦਾ, ਕਿਉਂਕਿ ਕਾਫੀ ਉਮਰ ਹੋ ਚੁੱਕੀ ਸੀ, ਪਰ ਗੁਰੂ ਕੇ ਦਰਬਾਰ ਦੀ ਸੇਵਾ में कोई आलक नहीं है। ਇਸ ਤਰ੍ਹਾਂ ਬਚਨ ਲਿਖਦੇ ਭਾਈ ਮਨੀ ਸਿੰਘ ਜੀ ਕਿ ਮਾਤਾ ਜੀ ਸਰੀਰ ਭਾਵੇਂ ਥੋੜ੍ਹਾ ਜਿਹਾ ਤੰਦਰੁਸਤ ਨਹੀਂ ਹੈ, ਪਰ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਵਿੱਚ ਅਸੀਂ ਕੋਈ ਆਲਸ ਢਿੱਲ ਨਹੀਂ ਕਰਦੇ, ਉਸੇ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਕਰਦੇ ਹਾਂ, ਨਿਭਾਉਂਦੇ ਹਾਂ। ਅਗਰ ਤਤ ਖਾਲਸੇ ਤੇ ਬੰਦਈ ਖਾਲਸੇ ਦਾ ਵਿਵਾਦ ਹੁੰਦਾ ਹੈ ਤਾਂ ਭਾਈ ਮਨੀ ਸਿੰਘ ਸਾਹਿਬ ਜੀ ਵਿੱਚ ਪੈ ਕੇ ਚਿੱਠੀਆਂ ਪਾ ਕੇ ਉਸ ਵਿਵਾਦ ਨੂੰ ਸਦਾ ਲਈ ਸਮਾਪਤ ਕਰਦੇ ਹਨ। ਪੰਥ ਵਿੱਚ ਬੜਾ ਵੱਡਾ ਭਾਰੀ ਮਾਣ ਸਤਿਕਾਰ ਭਾਈ ਮਨੀ ਸਿੰਘ ਸਾਹਿਬ ਜੀ ਦਾ ਸੀ। ਖਾਲਸੇ ਦੇ ਜੰਗਾਂ ਯੁੱਧਾਂ ਦਾ ਵੇਲਾ ਸੀ, ਸਿੰਘ ਜੰਗਲਾਂ ਵਿੱਚ ਸਨ, ਸਮੇਂ ਦੀ ਸਰਕਾਰ ਸਿੰਘਾਂ ਦੀ ਦੁਸ਼ਮਣ ਬਣੀ ਹੋਈ ਸੀ, ਪੱਤਾ ਪੱਤਾ ਖਾਲਸੇ ਦਾ ਵੈਰੀ ਸੀ। ਭਾਈ ਸਾਹਿਬ ਜੀ ਨੇ ਵੇਖਿਆ ਸ੍ਰੀ ਦਰਬਾਰ ਸਾਹਿਬ ਵਿਖੇ ਕਾਫੀ ਸਮੇਂ ਤੋਂ ਜੋੜ ਮੇਲਾ ਨਹੀਂ ਹੋਇਆ, ਨਾ ਵਿਸਾਖੀ ਦਾ, ਨਾ ਦੀਪਮਾਲਾ ਦਾ। ਭਾਈ ਸਾਹਿਬ ਜੀ ਨੇ ਜੋੜ ਮੇਲਾ ਕਰਨ ਦੀ ਆਗਿਆ ਜਿਹੜੀ ਲੈਣ ਵਾਸਤੇ ਸੂਬੇ ਲਾਹੌਰ ਨੂੰ ਚਿੱਠੀ ਭੇਜੀ। ਉਹਨੇ 10,000 ਰੁਪਈਆ 10 ਦਿਨਾਂ ਦਾ ਮੇਲਾ ਲਾਉਣ ਵਾਸਤੇ ਮੁਕਰਰ ਕੀਤਾ ਵੀ ਇਹ ਤੁਹਾਨੂੰ ਮਾਮਲਾ ਤਾਰਨਾ ਪਵੇਗਾ। ਭਾਈ ਸਾਹਿਬ ਜੀ ਨੇ ਵਿਚਾਰ ਕੀਤੀ, ਸੰਗਤ ਆਵੇਗੀ, ਪੰਥ ਇਕੱਤਰ ਹੋਵੇਗਾ, ਮਾਇਆ ਵੀ ਆਵੇਗੀ, ਉਹਦੇ ਚੋਂ 10,000 ਰੁਪਈਆ ਮਾਮਲਾ ਇਹਨਾਂ ਨੂੰ ਤਾਰ ਦਿਆਂਗੇ, ਔਰ ਬਾਕੀ ਰਹਿੰਦਾ ਜਿਹੜੀ ਮਾਇਆ ਹੋਵੇਗੀ ਉਹ ਦਰਬਾਰ ਸਾਹਿਬ ਦੀ ਸੇਵਾ 'ਚ ਲੱਗ ਜਾਏਗੀ। ਪਰ ਸਮੇਂ ਦੀ ਸਰਕਾਰ ਦੀ ਨੀਅਤ ਖੋਟੀ ਸੀ। ਖੋਟੀ ਨੀਅਤ ਵਾਲਿਆਂ ਨੇ ਲਖਪਤ ਰਾਏ ਵਰਗੇ ਜਰਵਾਣਿਆਂ ਨੂੰ ਦਰਬਾਰ ਸਾਹਿਬ ਭੇਜ ਦਿੱਤਾ। ਲੱਖੂ ਫੌਜ ਲੈ ਕੇ ਆ ਗਿਆ ਲਾਹੌਰ ਦੇ ਵਿੱਚ, ਬਹੁਤ ਸਾਰੀ ਫੌਜ। ਭਾਈ ਸਾਹਿਬ ਨੇ ਆਖਿਆ ਵੀ ਇੱਥੇ ਫੌਜ ਦਾ ਕੀ ਕੰਮ ਹੈ? ਕਹਿੰਦੇ ਜੀ ਸੰਗਤ ਆਉਣੀ ਹੈ, ਮੇਲੇ ਦੇ ਪ੍ਰਬੰਧ ਲਈ ਫੌਜ ਭੇਜੀ ਹੈ। ਭਾਈ ਸਾਹਿਬ ਨੇ ਆਖਿਆ ਵੀ ਮੇਲੇ ਦੇ ਪ੍ਰਬੰਧ ਲਈ ਫੌਜ ਥੋੜ੍ਹੇ ਬੰਦੇ ਚਾਹੀਦੇ ਨੇ, ਤੁਸੀਂ ਤਾਂ ਹਜ਼ਾਰਾਂ ਦੀ ਗਿਣਤੀ 'ਚ ਭੇਜ ਦਿੱਤੇ ਨੇ, ਤੁਹਾਡੀ ਨੀਅਤ ਸਾਫ਼ ਨਹੀਂ। ਭਾਈ ਸਾਹਿਬ ਜੀ ਨੇ ਦੁਬਾਰਾ ਸਾਰਿਆਂ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ, ਖਾਲਸਾ ਜੀ ਸਮੇਂ ਦੀ ਸਰਕਾਰ ਦੀ ਨੀਅਤ ਖੋਟੀ ਹੈ, ਇਹ ਹਮਲਾ ਕਰਨ ਦੀ ਤਿਆਰੀ 'ਚ ਨੇ,
ਕਿਉਂਕਿ ਇਹ ਚਾਹੁੰਦੇ ਸੀ ਜਦੋਂ ਸਾਰਾ ਪੰਥ ਇੱਥੇ ਇਕੱਠਾ ਹੋਵੇਗਾ ਘੇਰ ਕੇ ਸਾਰਿਆਂ ਨੂੰ ਮਾਰ ਦਿਆਂਗੇ। ਤੋ ਭਾਈ ਸਾਹਿਬ ਨੇ ਚਿੱਠੀਆਂ ਭੇਜ ਦਿੱਤੀਆਂ, ਖਾਲਸਾ ਜੀ ਨਾ ਆਉਣਾ, ਕੇਵਲ ਕੁਝ ਉਦਾਸੀ ਮਹਾਤਮਾ ਸਾਧੂ ਜਾਂ ਨਿਰਮਲੇ ਸੰਪਰਦਾ ਦੇ ਮਹਾਂਪੁਰਸ਼ ਹੀ ਆਏ। ਬਹੁਤ ਵੱਡਾ ਮੇਲਾ ਨਾ ਹੋ ਸਕਿਆ। ਜਦੋਂ ਸੰਗਤ ਨਹੀਂ ਆਈ ਤੇ ਮਾਇਆ ਕਿੱਥੋਂ ਆਉਣੀ ਸੀ? ਗੁਰੂ ਘਰਾਂ ਦੇ ਕਾਰਜ ਤਾਂ ਸੰਗਤ ਦੀ ਮਾਇਆ ਦੇ ਨਾਲ ਹੀ ਚੱਲਦੇ ਹਨ। ਉਸ ਵਕਤ ਭਾਈ ਸਾਹਿਬ ਨੇ ਕਿਹਾ ਕਿ ਭਾਈ ਹੁਣ ਅਸੀਂ ਮਾਇਆ ਨਹੀਂ ਦੇ ਸਕਦੇ। ਕਹਿਣ ਲੱਗੇ ਤਾਂ ਦੇਣੀ ਪਏਗੀ। ਭਾਈ ਸਾਹਿਬ ਨੇ ਆਖਿਆ ਜਦੋਂ ਮੇਲਾ ਹੀ ਨਹੀਂ ਲੱਗਾ ਤੇ ਮਾਇਆ ਕਾਹਦੀ? ਭਾਈ ਸਾਹਿਬ ਦੇ ਸਮੇਤ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ 2 ਪੁੱਤਰ, ਉਹਨਾਂ ਦੇ ਨਾਲ ਕੁਝ ਟਹਿਲੀਏ ਸਿੰਘ, 8-10 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਲਾਹੌਰ ਲਿਜਾ ਕੇ ਜ਼ਕਰੀਏ ਨੇ ਭਾਈ ਸਾਹਿਬ ਜੀ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦਿੱਤੇ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰਾਂ ਦੀਆਂ ਪੁੱਠੀਆਂ ਖੱਲਾਂ ਲਾਹ ਕੇ ਸ਼ਹੀਦ ਕੀਤਾ। ਨਾਲ ਦੇ ਸਾਥੀ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਪਰ ਭਾਈ ਸਾਹਿਬ ਜੀ ਅਡੋਲ ਨੇ, ਕਿਉਂਕਿ ਭਾਈ ਸਾਹਿਬ ਦਾ ਉਹ ਪਰਿਵਾਰ ਹੈ ਕਿ ਜਿਸ ਪਰਿਵਾਰ ਦੇ ਵਿੱਚੋਂ ਭਾਈ ਮਨੀ ਸਿੰਘ ਜੀ ਦੇ ਪਰਿਵਾਰ 'ਚੋਂ 54 ਤੋਂ ਵੱਧ ਮੈਂਬਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਭਾਈ ਸਾਹਿਬ ਦਾ ਸੱਕਾ ਦਾਦਾ ਸ਼ਹੀਦ ਹੈ। ਦਾਦੇ ਦੇ ਅੱਗੋਂ 4 ਭਰਾ ਉਹ ਵੀ ਸ਼ਹੀਦ ਨੇ। 12 ਭਰਾਵਾਂ ਵਿੱਚੋਂ 11 ਸ਼ਹੀਦ ਨੇ। 10 ਪੁੱਤਰ ਸ਼ਹੀਦ ਨੇ। ਭਾਈ ਮਨੀ ਸਿੰਘ ਜੀ ਦੇ ਭਤੀਜੇ ਸ਼ਹੀਦ ਨੇ। ਪੋਤਰੇ ਵੀ ਅੱਗੋਂ ਸ਼ਹਾਦਤ ਨੂੰ ਪ੍ਰਾਪਤ ਹੋਏ ਹਨ। ਬਾਬਾ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ ਵਰਗੇ ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਉਹ ਵੀ ਸ਼ਹਾਦਤ ਨੂੰ ਪ੍ਰਾਪਤ ਹੋਏ ਨੇ। ਭਾਈ ਸਾਹਿਬ ਜੀ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦਿੱਤੇ ਜਾ ਰਹੇ ਨੇ, ਪਰ ਭਾਈ ਸਾਹਿਬ ਜੀ ਗੁਰੂ ਕੀ ਸਿੱਖੀ ਵਿੱਚ ਅਡੋਲ ਨਿਸ਼ਚਾ ਰੱਖਣ ਵਾਲੇ ਹਨ। ਉਸ ਵਕਤ ਹੁਕਮ ਕੀਤਾ ਕਿ ਇਹਦਾ ਬੰਦ ਕੱਟ ਕੇ, ਬੰਦ ਦਾ ਮਤਲਬ ਹੈ ਸਰੀਰ ਦੇ ਹੱਡੀਆਂ ਦੇ ਜਿੱਥੇ ਜਿੱਥੇ ਜੋੜ ਨੇ ਉਹਨਾਂ ਜੋੜਾਂ ਤੋਂ ਕੱਟ ਕੇ ਸਰੀਰ ਨੂੰ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਜਲਾਦ ਆਇਆ। ਜਲਾਦ ਨੇ ਆ ਕੇ ਭਾਈ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਸਤੇ ਕਾਹਲੀ ਨਾਲ ਸਿੱਧਾ ਕੂਹਣੀ ਤੋਂ ਕੱਟਣ ਲੱਗਾ ਵੀ ਸਿੱਧਾ ਇੱਥੋਂ ਹੀ ਜੋੜ ਕੱਟ ਦਿਆਂ। ਭਾਈ ਸਾਹਿਬ ਜੀ ਨੇ ਉਂਗਲ ਦਾ ਪੋਟਾ ਅੱਗੇ ਕਰ ਦਿੱਤਾ। ਆਖਿਆ ਤੇਰੇ ਮਾਲਕ ਦਾ ਹੁਕਮ ਹੈ ਬੰਦ ਕੱਟਣਾ। ਆਹ ਉਂਗਲੀ ਦੇ ਪੋਟੇ ਤੋਂ ਬੰਦ ਸ਼ੁਰੂ ਹੁੰਦਾ। ਪਹਿਲਾਂ ਇੱਕ ਉਂਗਲ ਦੇ 3 ਟੁਕੜੇ ਕਰ, ਫਿਰ ਦੂਸਰੀ ਦੇ, ਫਿਰ ਤੀਸਰੀ ਦੇ, ਚੌਥੀ ਦੇ, ਪੰਜਵੀਂ ਦੇ। ਫਿਰ ਕਹਿੰਦੇ ਇੱਦਾਂ ਇੱਕ ਉਂਗਲ ਦੇ ਬੰਦ ਤੋਂ ਕਟਾਉਂਦਿਆਂ ਗੁੱਟ ਕਟਾਇਆ, ਫਿਰ ਸਿੱਧਾ ਮੋਢੇ ਤੋਂ ਕੱਟਣ ਲੱਗਾ। ਭਾਈ ਸਾਹਿਬ ਨੇ ਅੱਗੇ ਕੂਹਣੀ ਅੜਾ ਦਿੱਤੀ। ਕਹਿੰਦੇ ਆਹ ਵੀ ਇੱਕ ਜੋੜ ਹੈ, ਪਹਿਲਾਂ ਇਹਨੂੰ ਵੀ ਕੱਟ। ਉਧਰੋਂ ਜਲਾਦ ਭਾਈ ਸਾਹਿਬ ਜੀ ਦੇ ਸਰੀਰ ਦਾ ਬੰਦ ਕੱਟ ਰਿਹਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦਾ ਜਾਪ ਕਰ ਰਹੇ ਹਨ। ਸਾਰਾ ਸਰੀਰ ਬੰਦ ਕਰਕੇ ਕੱਟਿਆ ਜਾ ਰਿਹਾ ਹੈ। ਜਿਸ ਵੇਲੇ ਗਰਦਨ ਵੀ ਧੜ ਤੋਂ ਵੱਖਰੀ ਕਰਨੀ ਸੀ, ਕਿਉਂ ਵੀ ਇਹ ਵੀ ਇੱਕ ਜੋੜ ਹੈ। ਉਸ ਵਕਤ ਭਾਈ ਸਾਹਿਬ ਜੀ ਦੀ ਰਸਨਾ ਤੋਂ ਜਦੋਂ ਸਾਰਾ ਸਰੀਰ ਬੰਦ ਕੱਟਿਆ ਜਾ ਰਿਹਾ ਸੀ, ਭਾਈ ਸਾਹਿਬ ਇਹ ਪਾਵਨ ਬਚਨ ਆਪਣੀ ਮੁਬਾਰਕ ਰਸਨਾ ਤੋਂ ਪੜ੍ਹ ਰਹੇ ਸਨ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਕਿਸ ਬਿਨ ਕੋਏ। ਨਾਨਕ ਇਹੋ ਲੱਛਣ ਬ੍ਰਹਮ ਗਿਆਨੀ ਹੋਏ। ਮਾਨੋ ਆਪਣੇ ਬ੍ਰਹਮ ਗਿਆਨ ਦੇ ਲੱਛਣ ਹੀ ਭਾਈ ਸਾਹਿਬ ਨੇ ਆਪਣੇ ਮੁਖਾਰ ਬਿੰਦ ਚੋਂ ਪ੍ਰੈਕਟੀਕਲੀ ਰੂਪ ਦੇ ਵਿੱਚ ਪ੍ਰਗਟ ਕਰਕੇ ਵਿਖਾਏ। ਮਹਾਂਪੁਰਸ਼ ਐਸਾ ਦੱਸਦੇ ਨੇ ਕਿ ਜਦੋਂ ਸਾਰਾ ਸਰੀਰ ਬੰਦ ਕੱਟਿਆ ਗਿਆ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਹੜੀ ਰਹਿੰਦੀ ਬਾਣੀ ਸੀ ਸ੍ਰੀ ਸੁਖਮਣੀ ਸਾਹਿਬ ਜੀ ਦੀ, ਉਸ ਬਾਣੀ ਦਾ ਜਾਪ ਉਹਨਾਂ ਦੇ ਸਰੀਰ ਦੇ ਬੰਦ ਦੇ ਵਿੱਚੋਂ ਟੁਕੜੇ ਚੋਂ ਆਵਾਜ਼ ਆਉਂਦੀ ਹੈ। ਸਾਰੀ ਬਾਣੀ ਪੜ੍ਹ ਕੇ ਅਖੀਰ ਨੂੰ ਭਾਈ ਸਾਹਿਬ ਜੀ ਦਾ ਸਰੀਰ ਸ਼ਾਂਤ ਹੋਇਆ। ਐਸੇ ਮਹਾਂਪੁਰਸ਼ ਭਾਈ ਮਨੀ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਉਹਨਾਂ ਦੇ ਪੁੱਤਰਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ। ਐਸੇ ਮਹਾਂਪੁਰਸ਼ ਦੀ ਪਵਿੱਤਰ ਸ਼ਹਾਦਤ ਨੂੰ ਕੋਟि ਪ੍ਰਣਾਮ ਤੇ ਨਮਸਕਾਰ ਹੈ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਮੰਗੀ ਹੈ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਗੁਰੂ ਚਰਨਾਂ ਤੋਂ ਭਾਈ ਸਾਹਿਬ ਜੀ, ਭਾਈ ਮਨੀ ਸਿੰਘ ਜੀ ਨੇ ਅੱਜ ਦੇ ਦਿਨ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੈ। 90 ਸਾਲ ਦੇ ਨੇੜੇ ਭਾਈ ਸਾਹਿਬ ਜੀ ਦੇ ਸਰੀਰ ਦੀ ਆਯੂ ਸੀ। ਐਸੀ ਉਮਰ ਦੇ ਵਿੱਚ ਵੀ ਭਾਈ ਸਾਹਿਬ ਜੀ ਨੇ ਐਸੀ ਸ਼ਹਾਦਤ ਪ੍ਰਾਪਤ ਕੀਤੀ। ਪੰਥ ਦੇ ਵਿੱਚ, ਖਾਲਸੇ ਦੇ ਵਿੱਚ ਭਾਈ ਸਾਹਿਬ ਜੀ ਦੀ ਸ਼ਹੀਦੀ ਦਾ ਬੜਾ ਵੱਡਾ ਰੋਸ ਸੀ। ਇਹੋ ਜਿਹੇ ਮਹਾਨ ਸ਼ਹੀਦਾਂ ਦੇ ਅਸੀਂ ਵਾਰਸ ਹਾਂ। ਉਹਨਾਂ ਸ਼ਹੀਦਾਂ ਨੂੰ ਚੇਤੇ ਕਰਦਿਆਂ ਨਮਨ ਕਰਦੇ ਹਾਂ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਦਾਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਵਿੱਤਰ ਸ੍ਰੀ ਮੁਖ ਵਾਕ ਨੂੰ ਰਲ ਮਿਲ ਕੇ ਵਿਚਾਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਰਾਗ ਧਨਾਸਰੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਬੇਨਤੀ ਕਰਦੇ ਨੇ, ਹੇ ਨਿਰੰਕਾਰ ਅਕਾਲ ਪੁਰਖ ਜੀਓ, ਤੁਸੀਂ ਦੀਨਾਂ ਦੇ ਦੁੱਖ ਨਿਵਾਰਨ ਵਾਲੇ। ਦੀਨ ਦਾ ਅਰਥ ਇਸਲਾਮੀ ਬੋਲੀ ਵਿੱਚ ਮਜ਼ਹਬ ਵੀ ਕੀਤਾ ਜਾਂਦਾ, ਧਰਮ ਵੀ ਕੀਤਾ ਜਾਂਦਾ। ਦੀਨ ਦਾ ਮਤਲਬ ਗਰੀਬ ਵੀ ਹੁੰਦਾ। ਦੀਨ ਦਾ ਮਤਲਬ ਇਹ ਲੋਕ ਵੀ ਹੁੰਦਾ। ਪਰ ਦੀਨ ਦਾ ਇੱਕ ਬੜਾ ਪਿਆਰਾ ਅਰਥ ਹੈ। ਦੀਨ ਦਾ ਅਰਥ ਹੈ ਭੈ ਸੰਯੁਕਤ ਹੋਣਾ, ਡਰ ਦੇ ਸਹਿਤ ਹੋਣਾ। ਜਦੋਂ ਹਿਰਦਾ ਡਰ ਦੇ ਸਹਿਤ ਹੋਵੇ, ਭੈ ਦੇ ਸਹਿਤ ਹੋਵੇ, ਔਰ ਡਰ ਕੇ ਭੈ ਭੀਤ ਹੋ ਕੇ ਜਦੋਂ ਕੋਈ ਗੁਰੂ ਸ਼ਰਨ ਵਿੱਚ ਆਵੇ, ਉਹਨੂੰ ਕਹਿੰਦੇ ਨੇ ਦੀਨ ਆਇਆ ਗੁਰੂ ਸ਼ਰਨ ਵਿੱਚ। ਡਰਿਆ ਹੋਇਆ, ਸਹਿਮਿਆ ਹੋਇਆ, ਭੈ ਸੰਯੁਕਤ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭਾਈ ਨੰਦ ਲਾਲ ਸਾਹਿਬ ਜਦੋਂ ਕਲਗੀਧਰ ਦੀ ਸ਼ਰਨ 'ਚ ਆਏ, ਉਹ ਵੀ ਡਰ ਕੇ ਭੈ ਭੀਤ ਹੋ ਕੇ ਆਏ ਸਨ, ਕਿਉਂਕਿ ਔਰੰਗਜ਼ੇਬ ਉਹਨਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਤਦੇ ਉਹ ਲਿਖਦੇ ਨੇ, ਦੀਨ ਦੁਨੀਆ ਦਰ ਕਮੰਦੇ ਆਫਰੀ ਰੁਖਸਾਰ ਮਾ। ਡਰ ਦੇ ਸਹਿਤ, ਭੈ ਦੇ ਸਹਿਤ ਗੁਰੂ ਸ਼ਰਨ ਵਿੱਚ ਆਵੇ, ਉਹਨੂੰ ਕਹਿੰਦੇ ਨੇ ਦੀਨ। ਮਹਾਰਾਜ
ਤੁਸੀਂ ਦੀਨਾਂ ਦੇ ਦਰਦ ਨਿਵਾਰਨ ਵਾਲੇ। ਜਿਹੜਾ ਦੀਨ ਹੈ, ਦੁਖੀ ਹੈ, ਉਸ ਦਾ ਦਰਦ ਸਾਡੇ ਅੰਦਰ ਦੀ ਜਿਹੜੀ ਵੇਦਨ ਹੁੰਦੀ ਹੈ ਨਾ, ਪੀੜਾ, ਅਸੀਂ ਜ਼ੁਬਾਨ ਤੋਂ ਕਿਸੇ ਨੂੰ ਬੋਲ ਕੇ ਦੱਸ ਦਈਏ ਵੀ ਮੇਰੇ ਸਿਰ 'ਚ ਪੀੜ ਹੁੰਦੀ ਹੈ। ਕਿੰਨੀ ਕੁ ਪੀੜ ਹੁੰਦੀ ਹੈ, ਉਹਦਾ ਪੈਮਾਨਾ ਕਿਸੇ ਦੂਸਰੇ ਕੋਲ ਨਹੀਂ ਹੁੰਦਾ ਕਿ ਉਹ ਮਾਪ ਕੇ ਦੱਸ ਸਕੇ। ਉਹ ਸਾਡੇ ਤਨ ਤੇ ਵਰਤ ਰਹੀ ਹੈ, ਸਾਨੂੰ ਪਤਾ ਹੈ। ਦੂਸਰਾ ਸਹਾਨੂਭੂਤੀ ਤੇ ਜਤਾ ਸਕਦਾ ਹੈ, ਉਹ ਤਰਵਾਸ ਤਾਂ ਦੇ ਸਕਦਾ ਹੈ, ਪਰ ਉਸ ਦਰਦ ਨੂੰ ਨਿਵਾਰ ਨਹੀਂ ਸਕਦਾ। ਸਤਿਗੁਰੂ ਜੀ ਦੇ ਪਾਸ ਇਹ ਕਲਾ ਹੈ, ਗੁਰਦੇਵ ਸਰਬ ਕਲਾ ਸਮਰੱਥ ਨੇ। ਉਹ ਸਾਡੇ ਅੰਦਰ ਦੀ ਉਸ ਪੀੜਾ ਨੂੰ ਮਹਿਸੂਸ ਵੀ ਕਰਦੇ ਨੇ ਵੀ ਕਿਤਨੀ ਪੀੜਾ, ਉਹਨੂੰ ਮਹਿਸੂਸ ਵੀ ਕਰਦੇ, ਔਰ ਮਹਿਸੂਸ ਕਰਕੇ ਫਿਰ ਉਸ ਦਰਦ ਨੂੰ ਨਿਵਾਰਨ ਦੀ ਸਮਰੱਥਾ ਰੱਖਦੇ ਨੇ। ਦੀਨ ਦਰਦ ਨਿਵਾਰਦੇ ਵੀ ਨੇ, ਦੂਰ ਵੀ ਕਰਦੇ ਨੇ। ਸਾਰੇ ਜਗਤ ਦੇ ਮਾਲਕ ਨੇ, ਸਾਰੇ ਜਗਤ ਦੇ ਠਾਕੁਰ ਨੇ, ਸੁਆਮੀ ਨੇ। ਮਹਾਰਾਜ ਤੁਸੀਂ ਆਪਣਿਆਂ ਜਨਾਂ ਦੀ ਆਪ ਰੱਖਦੇ ਹੋ। ਇਸ ਤਰ੍ਹਾਂ ਹੁਣ ਬੇਨਤੀ ਵੀ ਹੈ, ਮਹਾਰਾਜ ਅਸੀਂ ਦੀਨ ਹਾਂ, ਦੁਖੀ ਹਾਂ, ਕਿਰਪਾ ਕਰਕੇ ਸਾਡੇ ਦੁੱਖ ਨਿਵਾਰੋ। ਹੇ ਦੁੱਖ ਨਿਵਾਰਨ ਸਾਹਿਬ ਵਾਲੇ ਸਾਹਿਬ ਜੀ, ਸਾਡਾ ਦੁੱਖ ਨਿਵਾਰੋ। ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਮਹਾਰਾਜ ਕਿਰਪਾ ਕਰੋ, ਦਿਆਲੂ ਕਿਰਪਾਲੂ ਜੀ, ਸਾਡੀ ਪੈਜ ਰੱਖ ਲਓ। ਤੁਸੀਂ ਆਪਣਿਆਂ ਜਨਾਂ ਦੀ ਆਪ ਰੱਖਦੇ ਹੋ, ਕਿਰਪਾ ਕਰੋ, ਦਇਆ ਕਰੋ ਮਹਾਰਾਜ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਸਾਡੀ ਪੈਜ ਰੱਖ ਲਓ। ਤਰੁਣ ਤਾਰਨ ਹਰ ਨਿਧ, ਦੁਖ ਨ ਸਕੈ ਵਿਆਪ। ਤੁਸੀਂ ਸਾਰੇ ਜਗਤ ਨੂੰ ਤਾਰਨ ਵਾਸਤੇ ਜਹਾਜ਼ ਵਾਂਗੂ, ਜਿਵੇਂ ਜਹਾਜ਼ ਸਮੁੰਦਰ ਤੋਂ ਤਾਰਦਾ ਮਹਾਰਾਜ, ਤੁਸੀਂ ਇਸ ਭਵ ਸਾਗਰ ਤੋਂ ਤਾਰਨ ਵਾਲੇ ਜਹਾਜ਼ ਹੋ। ਹੇ ਹਰੀ, ਤੁਸੀਂ ਸੰਸਾਰ ਦੀਆਂ ਸਾਰੀਆਂ ਨਿਧੀਆਂ ਦੇ ਖਜ਼ਾਨੇ ਹੋ। ਜਿਤਨੀਆਂ ਨਿਧਾਂ ਨੇ, ਉਹਨਾਂ ਨਿਧੀਆਂ ਦੇ ਖਜ਼ਾਨੇ। ਦੁਖ ਨਾ ਸਕੈ ਵਿਆਪ। ਮਹਾਰਾਜ ਜਿਹੜੇ ਤੁਹਾਡੀ ਸ਼ਰਨ ਚ ਆਉਂਦੇ ਨੇ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪਦਾ। ਉਹਨਾਂ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ। ਸਾਧੂ ਸੰਗ ਭਜੋ ਗੋਪਾਲ। ਸਾਧ ਸੰਗਤ ਵਿੱਚ ਇਕੱਤਰ ਹੋ ਕੇ, ਸਾਧੂ ਜਨਾਂ ਦੀ ਸੰਗਤ ਵਿੱਚ ਇਕੱਤਰ ਹੋ ਕੇ, ਹੇ ਗੁਰਮੁਖੋ ਪਿਆਰਿਓ, ਉਸ ਗੋਪਾਲ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਸਾਧੂ ਸੰਗ ਭਜੋ ਗੋਪਾਲ। ਸਾਧ ਸੰਗਤ ਕਰਕੇ, ਸਾਧੂ ਜਨਾਂ ਦੀ ਸੰਗਤ ਕਰਕੇ ਗੋਪਾਲ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਭਜਨ ਕਰੋ, ਕਿਉਂਕਿ ਇਸੇ ਭਜਨ ਨਾਲ ਹੀ ਸਾਡੀ ਬੰਦ ਖਲਾਸੀ ਹੋਣੀ ਹੈ। ਪ੍ਰਭੂ ਦੇ ਭਜਨ ਦੇ ਨਾਲ ਹੀ ਬੰਦ ਖਲਾਸੀ ਹੋਣੀ, ਹੋਰ ਕੋਈ ਤਰੀਕਾ ਨਹੀਂ। ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਬੰਦ ਖਲਾਸੀ ਨਹੀਂ ਹੋਣੀ। ਇਸ ਕਰਕੇ ਭਾਈ ਸਾਧ ਸੰਗਤ ਵਿੱਚ ਇਕੱਤਰ ਹੋ ਕੇ ਗੋਪਾਲ ਦਾ, ਪਰਮੇਸ਼ਰ ਦਾ ਭਜਨ ਕਰੋ, ਕਿਉਂਕਿ ਇਸੇ ਭਜਨ ਲਈ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੇ ਹੁਣ ਵੀ ਤੈਨੂੰ ਭਜਨ ਦਾ ਵੇਲਾ ਮਿਲਿਆ, ਤੂੰ ਨਾ ਭਜਨ ਕੀਤਾ ਤੇ ਅੰਤ ਵੇਲਾ ਆ ਗਿਆ, ਮੁੜ ਕੇ ਤੇਰੇ ਕੋਲੋਂ ਭਜਨ ਨਹੀਂ ਹੋਣਾ ਪਰਮੇਸ਼ਰ ਦਾ। ਇਹੀ ਵੇਲਾ ਹੈ, ਇਹੀ ਸਮਾਂ ਹੈ।
ਸਾਧ ਸੰਗਤ ਵਿੱਚ ਇਕੱਤਰ ਹੋ ਕੇ ਪਰਮੇਸ਼ਰ ਦਾ ਭਜਨ ਕਰੋ। ਆਨ ਸੰਜਮ ਕਿਛ ਨ ਸੂਝੈ, ਇਹ ਜਤਨ ਕਾਟ ਕਲ ਕਾਲ। ਹੋਰ ਕੋਈ ਤਰੀਕਾ, ਕੋਈ ਜਪ, ਕੋਈ ਤਪ, ਕੋਈ ਵਰਤ ਨਹੀਂ ਸੁਝਦਾ। ਬਸ ਇਹੀ ਇੱਕ ਯਤਨ ਹੈ ਜਿਸ ਦੁਆਰਾ ਇਹ ਕਲਯੁਗ ਦੀਆਂ ਫਾਹੀਆਂ ਕੱਟੀਆਂ ਜਾ ਸਕਦੀਆਂ। ਇਹੀ ਇੱਕ ਤਰੀਕਾ। ਇਹਦੇ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਸੁਝਦਾ। ਕੋਈ ਸੰਜਮ ਨਹੀਂ ਸੁਝਦਾ, ਕੋਈ ਮਰਿਆਦਾ ਨਹੀਂ ਸੁਝਦੀ, ਕੋਈ ਜਪ ਤਪ ਨਹੀਂ ਸੁਝਦਾ, ਕੋਈ ਮੰਤਰ ਜੰਤਰ ਨਹੀਂ ਸੁਝਦਾ। ਇਹੀ ਇੱਕ ਯਤਨ ਹੈ, ਸਾਧ ਸੰਗਤ ਵਿੱਚ ਆ ਕੇ ਗੋਪਾਲ ਦਾ ਭਜਨ ਕਰੋ। ਇਸੇ ਯਤਨ ਦੇ ਨਾਲ ਕਲਯੁਗ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ। ਇਹ ਯਤਨ, ਇਸ ਯਤਨ ਨਾਲ ਕਲੀ ਕਾਲ ਦੀਆਂ ਜਿਹੜੀਆਂ ਫਾਹੀਆਂ ਹਨ ਉਹ ਕੱਟੀਆਂ ਜਾ ਸਕਦੀਆਂ। ਇਹਦੇ ਤੋਂ ਇਲਾਵਾ ਹੋਰ ਕੋਈ ਸੰਜਮ ਤਰੀਕਾ ਨਹੀਂ। ਰਹਾਉ ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਇ। ਜੋ ਸਾਰੇ ਜਗਤ ਦਾ ਆਦ ਮੁੱਢ ਹੈ, ਸਾਰੇ ਸੰਸਾਰ ਦਾ ਮੁੱਢ ਪਰਮੇਸ਼ਰ ਹੈ, ਅਕਾਲ ਪੁਰਖ। ਆਦ ਅੰਤ, ਅੰਤ ਤੱਕ ਉਸੇ ਨਹੀਂ ਦਿਆਲੂ ਰਹਿਣਾ। ਮੁੱਢ ਵਿੱਚ ਜੇ ਦਇਆ ਕਰਦਾ ਪ੍ਰਾਰੰਭ ਵਿੱਚ, ਤੇ ਅੰਤ ਤੱਕ ਦਇਆ ਹੀ ਕਰਦਾ ਮਨੁੱਖ ਤੇ। ਜਨਮ ਵੇਲੇ ਵੀ ਦਇਆ ਕਰਦਾ ਹੈ, ਇਹਦੇ ਮਰਨ ਪਰਯੰਤ ਤੱਕ ਪਰਮੇਸ਼ਰ ਦਇਆ ਹੀ ਕਰਦਾ ਰਹਿੰਦਾ। ਉਹ ਸਦਾ ਹੀ ਦਿਆਲ ਹੈ ਔਰ ਉਹ ਪਰਿਪੂਰਨ ਹੈ ਹਰ ਜਗ੍ਹਾ ਵਿੱਚ, ਹਰ ਥਾਂ ਤੇ ਪੂਰਨ। ਤਿਸ ਬਿਨਾ ਨਹੀਂ ਕੋਇ। ਤਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ। ਉਹੀ ਹੈ। ਤੁਧ ਬਿਨ ਦੂਜਾ ਨਾਹੀ ਕੋਇ, ਤੁਧ ਬਿਨ ਦੂਜਾ ਨਾਹੀ ਕੋਇ। ਤੁਧ ਬਿਨ ਦੂਜਾ ਨਾਹੀ ਕੋਇ, ਤੁਧ ਬਿਨ ਦੂਜਾ ਨਾਹੀ ਕੋਇ। ਤੁਧ ਬਿਨ ਦੂਜਾ ਨਾਹੀ ਕੋਇ, ਤੁਧ ਬਿਨ ਦੂਜਾ ਨਾਹੀ ਕੋਇ। ਤੁਧ ਬਿਨ ਦੂਜਾ ਨਾਹੀ ਕੋਇ, ਤੁਧ ਬਿਨ ਦੂਜਾ ਨਾਹੀ ਕੋਇ। ਇਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਹਰੀ ਦੇ ਜਾਪ ਨੂੰ ਜਪ ਜਪ ਕੇ ਆਪਣਾ ਜਨਮ ਮਰਨ ਨਿਵਾਰ ਲੈ। ਜਨਮ ਮਰਨ, ਜਨਮ ਔਰ ਮਰਨ ਨੂੰ ਨਿਵਾਰ। ਕਿਵੇਂ ਨਿਵਾਰ? ਹਰੀ ਦੇ ਜਾਪ ਨੂੰ ਜਪ ਕੇ। ਉਸੇ ਸੁਆਮੀ ਨੂੰ ਸਿਮਰ ਜਿਹੜਾ ਸਾਰੇ ਜਗਤ ਦਾ ਮਾਲਕ ਹੈ, ਸਾਰੇ ਸੰਸਾਰ ਦਾ ਸੁਆਮੀ ਹੈ। ਜੋ ਸਾਰੇ ਜਗਤ ਦਾ ਸੁਆਮੀ, ਸਾਰੇ ਸੰਸਾਰ ਦਾ ਸੁਆਮੀ ਹੈ, ਉਸ ਨੂੰ ਸਿਮਰ, ਉਸ ਨੂੰ ਆਰਾਧ। ਵੇਦ ਸਿਮਰਤ ਕਥਾ ਸਾਸਤ, ਭਗਤ ਕਰਹਿ ਵਿਚਾਰ। ਵੇਦ, ਸਿਮਰਤੀਆਂ, ਸ਼ਾਸਤਰ ਸਭ ਕਹਿ ਰਹੇ ਔਰ ਰੱਬ ਦੇ ਪਿਆਰੇ ਭਗਤ ਜਨ ਇਹਨਾਂ ਨੂੰ ਵਿਚਾਰਦੇ ਨੇ ਕਿ ਸ਼ਾਸਤਰਾਂ 'ਚ ਕੀ ਹੈ, ਵੇਦਾਂ 'ਚ ਕੀ ਹੈ, ਸਿਮਰਤੀਆਂ 'ਚ ਕੀ। ਸਿਮਰਤੀਆਂ, ਵੇਦਾਂ ਔਰ ਸ਼ਾਸਤਰਾਂ ਵਿੱਚ ਪਾਤਸ਼ਾਹ ਕਹਿੰਦੇ ਇਹੀ ਕਿਹਾ ਕਿ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭ ਕੂੜ ਹੈ, ਝੂਠ ਹੈ। ਇਸ ਕਰਕੇ ਇਹਨਾਂ ਦੀ ਵਿਚਾਰ ਜਿਹੜੇ ਗੁਰਮੁਖ ਜਨ, ਭਗਤ ਜਨ ਕਰਦੇ ਨੇ, ਉਹ ਇਸੇ ਕਰਕੇ ਕਰਦੇ ਹਨ। ਮੁਕਤ ਪਾਈਐ ਸਾਧ ਸੰਗਤ, ਬਿਨ ਸੋ ਜਾਈ ਅੰਧਾਰ। ਸਾਧ ਸੰਗਤ ਵਿੱਚ ਆ ਕੇ ਮੁਕਤੀ ਪ੍ਰਾਪਤ ਹੁੰਦੀ ਹੈ, ਮੋਕਸ਼।
ਮੁਕਤ ਪਾਈਐ ਸਾਧ ਸੰਗਤ। ਸਾਧ ਸੰਗਤ ਵਿੱਚ ਆ ਕੇ ਮੁਕਤੀ ਪ੍ਰਾਪਤ ਹੁੰਦੀ। ਬਿਨ ਸਜਾਏ ਅੰਧਾਰ, ਅੰਧਕਾਰ ਅਗਿਆਨਤਾ ਦਾ ਹਨੇਰਾ ਉਹ ਮਿਟ ਜਾਂਦਾ। ਸੰਗਤ ਵਿੱਚੋਂ ਮੁਕਤੀ ਮਿਲਦੀ ਹੈ, ਸੰਗਤ ਵਿੱਚੋਂ ਗਿਆਨ ਦੀ ਰੌਸ਼ਨੀ ਮਿਲਦੀ। ਕਿਉਂਕਿ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕਰੋੜਾਂ ਚੰਨਾਂ ਤੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਸਾਧ ਸੰਗਤ ਦੇ ਪ੍ਰਕਾਸ਼ ਦੇ ਸਾਹਮਣੇ ਫਿੱਕਾ ਹੈ, ਉਹ ਨਹੀਂ ਪੁੱਜਦਾ। ਕਿਉਂਕਿ ਸਾਧ ਸੰਗਤ ਵਿੱਚ ਗਿਆਨ ਦਾ ਚਾਨਣਾ ਹੈ। ਗੁਰਸਿੱਖ ਜਦੋਂ ਸਾਧ ਸੰਗਤ ਕਰਦੇ ਨੇ ਤਾਂ ਉਹਦੇ ਵਿੱਚੋਂ ਉਹਨਾਂ ਨੂੰ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ ਔਰ ਜੀਵਨ ਮੁਕਤ ਅਵਸਥਾ ਨੂੰ ਮਾਣਦੇ ਹਨ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਵਾਹਿਗੁਰੂ ਪਰਮੇਸ਼ਰ ਦੇ ਪਵਿੱਤਰ ਚਰਨ ਕਮਲਾਂ ਦਾ ਆਧਾਰ ਹੈ ਗੁਰਮੁਖਾਂ ਨੂੰ। ਇਹੀ ਉਹਨਾਂ ਲਈ ਸਭ ਤੋਂ ਵੱਡੀ ਰਾਸ਼ੀ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ, ਸਭ ਤੋਂ ਇੱਕੋ ਇੱਕ ਪੂੰਜੀ ਇਹੀ ਹੈ ਉਹਨਾਂ ਦੇ ਕੋਲ। ਅਕਾਲ ਪੁਰਖ ਪਰਮੇਸ਼ਰ ਦੇ ਨਾਮ ਧਨ ਦੀ ਰਾਸ਼ੀ, ਨਾਮ ਧਨ ਦੀ ਪੂੰਜੀ ਗੁਰਮੁਖਾਂ ਦੇ ਪਾਸ ਹੈ। ਤਾਣ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਸਾਨੂੰ ਤਾਣ ਮਾਣ ਸੱਚੇ ਦੀਵਾਨ ਤੇ। ਸੱਚਾ ਦੀਵਾਨ ਸਤਿਗੁਰਾਂ ਦਾ ਹੈ ਤੇ ਸਤਿਗੁਰਾਂ ਦੇ ਸੱਚੇ ਦੀਵਾਨ ਦਾ ਹੀ ਸਾਨੂੰ ਤਾਣ ਤੇ ਮਾਣ ਹੈ। ਹੁਣ ਅਸੀਂ ਔਰ ਕੇਵਲ ਇੱਕ ਸੱਚੇ ਦੀ ਟੇਕ ਹੈ, ਇੱਕ ਸੱਚੇ ਦਾ ਹੀ ਸਾਨੂੰ ਆਸਰਾ ਹੈ। ਲੜੀਵਾਰ ਕਥਾ ਰਾਗ ਧਨਾਸਰੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ 678 ਅੰਗ ਤੇ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਮੇਰੇ ਲਾਲ ਭਲੋ ਰੇ, ਭਲੋ ਰੇ, ਭਲੋ ਹਰ ਮੰਗਨਾ। ਧਨਾਸਰੀ ਰਾਗ ਹੈ ਔਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਬਚਨ ਉਚਾਰਨ ਕਰਦੇ ਨੇ। ਹੇ ਮੇਰੇ ਪਿਆਰੇ, ਭਲਾ ਮੰਗਣਾ ਕੀ ਹੈ? ਮੰਗਦੇ ਤਾਂ ਅਸੀਂ ਬਹੁਤ ਕੁਝ ਹਾਂ, ਪਰ ਸਭ ਤੋਂ ਭਲਾ ਮੰਗ, ਭਲੀ ਮੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਸਭ ਤੋਂ ਸ੍ਰੇਸ਼ਟ ਮੰਗ ਕੀ ਹੈ? ਮੰਗਾਂ ਤਾਂ ਬਹੁਤ ਨੇ, ਮਹਾਰਾਜ ਆਹ ਵੀ ਦੇ ਦਿਓ ਸਾਨੂੰ, ਆਹ ਵੀ ਦੇ ਦਿਓ, ਪਰ ਸਭ ਤੋਂ ਸ੍ਰੇਸ਼ਟ ਮੰਗ ਕੀ ਹੈ? ਪਾਤਸ਼ਾਹ ਕਹਿੰਦੇ ਉਹ ਭਲੋ ਮੰਗ ਹੈ ਕਿ ਹਰੀ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੀ ਮੰਗ ਲੈਣਾ, ਹਰੀ ਦੇ ਦਰਸ਼ਨ ਮੰਗ ਲੈਣੇ। ਭਲੋ ਇਹੀ ਸਭ ਤੋਂ ਭਲੀ ਮੰਗ ਹੈ। ਮੇਰੇ ਲਾਲ ਭਲੋ ਰੇ ਭਲੋ, ਭਲੋ ਹਰ ਮੰਗਣਾ। ਹਰੀ ਦੇ ਦਰਸ਼ਨ ਮੰਗਣੇ, ਹਰੀ ਦੇ ਦੀਦਾਰ ਮੰਗਣੇ, ਹਰੀ ਦੇ ਦਰਸ਼ਨਾਂ ਦੀ ਇੱਛਾ ਮੰਗਣੀ। ਮਹਾਰਾਜ ਤੁਹਾਡੇ ਦਰਸ਼ਨ ਹੋਣ। ਕਹਿੰਦੇ ਇਹ ਮੰਗ ਮਨ ਕਰਕੇ ਵੀ ਭਲੀ ਹੈ, ਬਚਨ ਕਰਕੇ ਵੀ ਭਲੀ ਹੈ, ਕਰਮ ਕਰਕੇ ਵੀ ਭਲੀ ਹੈ। ਦੇਖੋ ਪਸਾਰ ਨੈਣ, ਸੁਨੋ ਸਾਧੂ ਕੀ ਬੈਨ। ਪ੍ਰਾਨ ਪਤ ਚਿਤ ਰਾਖ, ਸਗਲ ਹੈ ਮਰਨਾ। ਅੱਖਾਂ ਖੋਲ ਕੇ ਵੇਖ, ਦੇਖੋ ਪਸਾਰ ਨੈਣ, ਪਸਾਰ ਅੱਖਾਂ, ਟੱਡ ਕੇ ਵੇਖ, ਖੋਲ ਕੇ ਵੇਖ।
ਜਿਵੇਂ ਕਹਿ ਨਹੀਂ ਦਿੰਦੇ ਆਪਾਂ, ਕਿਉਂ ਅੱਖਾਂ ਮੀਚੀਆਂ ਨੇ, ਭਾਵੇਂ ਖੋਲ ਕੇ ਵੀ ਬੈਠਾ ਹੋਵੇ ਨਾ ਤਾਂ ਵੀ ਕਹਿੰਦੇ ਆ ਅੱਖਾਂ ਮੀਚੀਆਂ ਨੇ, ਖੋਲ ਕੇ ਵੇਖ, ਯਾਨੀ ਕਿ ਧਿਆਨ ਨਾਲ ਵੇਖ। ਵੇਖ ਅੱਖਾਂ ਖੋਲ ਕੇ ਪਾਤਸ਼ਾਹ ਕਹਿੰਦੇ ਆ, ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ। ਸਾਧੂ ਜਨਾਂ ਦੇ ਬਚਨ ਸੁਣੋ, ਕੀ ਕਹਿੰਦੇ ਆ ਰੱਬ ਦੇ ਪਿਆਰੇ, ਪ੍ਰਾਨ ਪਤ ਚਿਤ ਰਾਖ। ਉਹ ਜਿਹੜਾ ਪ੍ਰਾਣਾ ਦਾ ਪਤੀ ਆ ਉਹਨੂੰ ਆਪਣੇ ਚਿੱਤ 'ਚ ਯਾਦ ਕਰ। ਇਹ ਕਹਿੰਦੇ ਆ ਸਾਧੂ। ਸਾਧੂ ਕਹਿੰਦੇ ਆ, ਰੱਬ ਦੇ ਪਿਆਰੇ ਕਹਿੰਦੇ ਆ ਵੀ ਰੱਬ ਨੂੰ ਚੇਤੇ ਰੱਖ ਤੇ ਫਿਰ ਅੱਖਾਂ ਖੋਲ ਕੇ ਵੇਖ। ਸਗਲ ਹੈ ਮਰਨਾ, ਸਭ ਨੇ ਮਰ ਜਾਣਾ ਇੱਕ ਦਿਨ। ਸਭਨਾ ਸਹੁਰੈ ਵੰਜਣਾ, ਸਭ ਮੁਕ ਲਾਵਣਹਾਰ। ਇੱਕ ਦਿਨ ਸਭ ਨੇ ਮਰਨਾ ਹੈ, ਐਸਾ ਹੀ ਇਹ ਸੰਸਾਰ ਹੈ। ਚੰਦਨ ਚੂਆ ਰਸ ਭੋਗ ਕਰਤ, ਅਨੇਕੈ ਬਿਖਿਆ ਵਿਕਾਰ ਦੇਖ। ਸਾਗਲ ਹੈ ਫੀਕੇ ਏਕੈ ਗੋਬਿੰਦ ਕੋ ਨਾਮ ਨਿਕੋ, ਕਹਿਤ ਹੈ ਸਾਧ ਜਨ। ਆਹਾ, ਪੰਕਤੀ ਵਿਸਥਾਰ ਵਾਲੀ ਲਮੇਰੀ ਹੈ। ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਵਿਕਾਰ। ਚੰਦਨ ਦੀਆਂ ਸੁਗੰਧੀਆਂ ਦੇ ਰਸ ਚੋ ਕੇ ਸੰਸਾਰ ਦੇ ਅਨੇਕਾਂ ਭੋਗਾਂ ਨੂੰ ਭੋਗ ਕੇ ਅਨੇਕਾਂ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਨੂੰ ਕਰਕੇ ਬੰਦਾ ਵੇਖ ਲੈਂਦਾ। ਮਹਾਰਾਜ ਕਹਿੰਦੇ ਵੇਖ, ਸਗਲ ਹੈ ਫੀਕੇ, ਇਹ ਸਾਰੇ ਫਿੱਕੇ ਨੇ, ਯਾਨੀ ਕਿ ਨਾਸ਼ਵਾਨ ਨੇ। ਏਕੈ ਗੋਬਿੰਦ ਕੋ ਨਾਮ ਨੀਕੋ, ਅਗਰ ਕੁਝ ਚੰਗਾ ਹੈ ਸਭ ਵਿੱਚ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਪਰਮੇਸ਼ਰ ਦਾ ਨਾਮ ਹੀ ਨੀਕੋ ਚੰਗਾ ਹੈ। ਏਕੈ ਗੋਬਿੰਦ ਕੋ ਨਾਮ ਨੀਕੋ, ਕਹਿਤ ਹੈ ਸਾਧ ਜਨ। ਸਾਧੂ ਜਾਨੇ ਕਹਿੰਦੇ ਆ, ਰੱਬ ਦੇ ਪਿਆਰੇ ਕਹਿੰਦੇ ਆ ਕਿ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਚੰਗਾ ਹੈ, ਬਾਕੀ ਚੋਆ ਚੰਦਨ ਰਸ ਭੋਗ ਕਰਤ ਅਨੇਕੈ ਬਿਖਿਆ ਵਿਕਾਰ ਦੇਖ। ਸਗਲ ਹੈ ਫੀਕੇ, ਇਹ ਸਭ ਫਿੱਕੇ ਨੇ। ਸੋਹਣੀਆਂ ਸੁਗੰਧੀਆਂ ਲਾ ਕੇ ਚੋਏ ਚੰਦਨ ਦੀਆਂ ਸੰਸਾਰ ਦੇ ਰਸ ਭੋਗਣੇ, ਅਨੇਕ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਨੂੰ ਭੋਗਣਾ, ਕਹਿੰਦੇ ਸਭ ਫਿੱਕੇ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਰੇ ਰਸਾਂ ਚੋਂ ਸ੍ਰੇਸ਼ਟ ਰਸ ਹੈ, ਸਭ ਤੋਂ ਸਰਵੋਤਮ ਰਸ ਹੈ। ਹਾਂਜੀ। ਧਨ ਧਨ ਆਪਨ ਥਾਪਿਓ, ਹਰ ਜਪਨ ਨਿਮਖ ਜਾਪਿਓ। ਅਰਥ ਦਰਬ ਦੇਖ ਕਛ, ਸੰਗ ਨਾਹੀ ਹੈ ਚੱਲਣਾ। ਤਨ ਧਨ ਆਪਨ ਥਾਪਿਓ, ਆਪਣੇ ਆਪ ਨੂੰ ਬੰਦਾ ਕੀ ਸਮਝਦਾ? ਇਹ ਮੇਰਾ ਤਨ ਹੈ, ਇਹ ਮੇਰਾ ਧਨ ਹੈ। ਬਸ ਤਨ ਹੀ ਸਮਝੀ ਬੈਠਾ ਆਪਣੇ ਆਪ ਨੂੰ, ਧਨ ਰੂਪ ਹੋ ਕੇ ਹੀ ਆਪਣੇ ਆਪ ਨੂੰ ਵੇਖਦਾ। ਹਰ ਜਪ ਨਾ ਨਿਮਖ ਜਾਪਿਓ, ਜਦੋਂ ਤਨ ਤੇ ਧਨ ਨਾਲ ਜੁੜਿਆ ਹੋਇਆ ਫਿਰ ਹਰੀ ਪਰਮੇਸ਼ਰ ਦਾ ਜਾਪ ਇੱਕ ਨਿਮਖ ਮਾਤਰ ਵੀ ਨਹੀਂ ਜਪਦਾ। ਜਦੋਂ ਤਨ ਧਨ ਹੀ ਆਪਣੇ ਆਪ ਨੂੰ ਥਾਪ ਲਿਆ ਵੀ ਸਭ ਕੁਝ ਤਨ ਧਨ ਹੀ ਹੈ, ਤੇ ਫਿਰ ਪਰਮੇਸ਼ਰ ਦਾ ਜਾਪ ਕਿੱਥੇ ਜਪਣਾ ਸੀ? ਇਹਨੇ ਕਹਿੰਦੇ ਉਹ ਨਹੀਂ ਜਪਿਆ। ਹਰ ਜਪ ਨਾ ਨਿਮਖ ਜਾਪਿਓ, ਅਰਥ ਦਰਬ ਦੇਖ। ਆ ਜਿਹੜੀ ਸੰਸਾਰੀ ਧਨ ਸੰਪਦਾ ਵਿਭੂਤੀ ਤੂੰ ਇਕੱਠੀ ਕਰੀ ਬੈਠਾ, ਔਰ ਆਪਣਾ ਸਵਾਰਥ ਸਮਝਣਾ ਇਹਨਾਂ ਪਿੱਛੇ ਵੀ ਇਹ ਮੇਰੇ ਨਾਲ ਨਿਭਣਾ। ਪਾਤਸ਼ਾਹ ਕਹਿੰਦੇ ਇਹਨਾਂ ਨੂੰ ਧਿਆਨ ਨਾਲ ਵੇਖ, ਚੰਗੀ ਤਰ੍ਹਾਂ ਵੇਖ। ਕੱਚ ਸੰਗ ਨਾਹੀ ਚੱਲਣਾ, ਇਹਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਜਿਹੜਾ ਤੂੰ ਸਮਝਦਾ ਨਾ ਵੀ ਇਹ ਅਰਥ ਦਰਬ, ਅਰਥ ਦਾ ਮਤਲਬ ਹੈ ਸਵਾਰਥ। ਸਵਾਰਥ ਪਿੱਛੇ ਜਿਹੜਾ ਦੁਨਿਆਵੀ ਧਨ ਤੂੰ ਵੇਖਦਾ ਹੈ ਵੀ ਇਹ ਮੇਰਾ ਹੈ, ਪਾਤਸ਼ਾਹ ਕਹਿੰਦੇ ਇਹਦੇ ਵਿੱਚੋਂ ਧਿਆਨ ਨਾਲ ਵੇਖ, ਕੁਝ ਵੀ ਤੇਰੇ ਨਾਲ ਨਹੀਂ ਚੱਲਣਾ, ਨਹੀਂ ਜਾਣਾ। ਜਾ ਕੋਰੇ ਕਰਮ ਭਲਾ
ਤਿਨ ਓਟ ਗਹਿ ਸੰਤ ਭਲਾ। ਜਿਨ੍ਹਾਂ ਦੇ ਚੰਗੇ ਕਰਮ ਨੇ, ਜਿਨ੍ਹਾਂ ਦੇ ਭਲੇ ਕਰਮ ਨੇ, ਚੰਗੇ ਭਾਗ ਨੇ, ਉਹਨਾਂ ਨੂੰ ਸਾਧੂ ਜਨਾਂ ਦੀ ਓਟ ਪ੍ਰਾਪਤ ਹੋਈ, ਉਹਨਾਂ ਨੂੰ ਸਾਧੂ ਜਨਾਂ ਦੀ ਸੰਗਤ ਮਿਲੀ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਜਿਨ੍ਹਾਂ ਦੇ ਭਲੇ ਕਰਮ ਹਨ, ਤਿਨ ਓਟ ਗਹੀ ਸੰਤ ਭਲਾ, ਉਹਨਾਂ ਨੂੰ ਸੰਤ ਜਨਾਂ ਦੀ ਓਟ ਮਿਲੀ, ਉਹਨਾਂ ਨੇ ਸੰਤਾਂ ਦਾ ਆਸਰਾ ਗ੍ਰਹਿਣ ਕੀਤਾ। ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ। ਜਿਹੜੇ ਸਾਧੂ ਜਨਾਂ ਦੀ ਸੰਗਤ ਕਰਦੇ ਨੇ, ਉਹਨਾਂ ਨੂੰ ਜਮ ਨਹੀਂ ਸਤਾਉਂਦੇ, ਉਹਨਾਂ ਤੇ ਜਮਾਂ ਦਾ ਕੁੰਡਾ ਲਾਗੂ ਨਹੀਂ ਹੁੰਦਾ, ਜਮ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਪਾਇਓ ਰੇ ਪਰਮ ਨਿਧਾਨ। ਆਹ ਕਹਿੰਦੇ ਅਸੀਂ ਬੜਾ ਵੱਡਾ ਖਜ਼ਾਨਾ ਪਰਮੇਸ਼ਰ ਦੇ ਨਾਮ ਧਨ ਦਾ ਪ੍ਰਾਪਤ ਕਰ ਲਿਆ। ਪਾਇਓ ਰੇ ਪਰਮ ਨਿਧਾਨ, ਸ੍ਰੇਸ਼ਟ ਖਜ਼ਾਨਾ ਜਿਹੜਾ ਸਾਰਿਆਂ ਖਜ਼ਾਨਿਆਂ ਦੀ ਨਿਧੀ ਹੈ, ਐਸਾ ਖਜ਼ਾਨਾ ਹਰੀ ਪਰਮੇਸ਼ਰ ਦੇ ਨਾਮ ਦਾ ਉਹ ਅਸੀਂ ਪਾ ਲਿਆ, ਪ੍ਰਾਪਤ ਕਰ ਲਿਆ ਹੈ। ਮਿਟਿਓ ਹੈ ਅਭਿਮਾਨ। ਸਾਡੇ ਅੰਦਰ ਦਾ ਜਿੰਨਾ ਅਭਿਮਾਨ ਸੀ, ਹੰਕਾਰ ਸੀ, ਹੈਂਕੜ ਸੀ, ਉਹ ਮਿਟ ਗਈ ਹੈ, ਦੂਰ ਹੋ ਗਈ ਹੈ। ਏਕ ਨਿਰੰਕਾਰ ਨਾਨਕ ਮਨ ਲਗਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਇੱਕ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਸਾਡਾ ਮਨ ਲੱਗਾ ਹੋਇਆ। ਪਾਇਓ ਰੇ ਪਰਮ ਨਿਧਾਨ, ਮਿਟਿਓ ਹੈ ਅਭਿਮਾਨ, ਏਕ ਨਿਰੰਕਾਰ ਨਾਨਕ ਮਨ ਲਗਨਾ। ਇੱਕ ਨਿਰੰਕਾਰ ਦੇ ਵਿੱਚ ਸਾਡਾ ਮਨ ਲੱਗ ਗਿਆ, ਮਨ ਜੁੜ ਗਿਆ ਹੈ, ਸਾਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ ਹਨ, ਸਾਡੇ ਅੰਦਰ ਦਾ ਅਭਿਮਾਨ ਹੰਕਾਰ ਮਿਟ ਗਿਆ ਹੈ। ਜਿਨ੍ਹਾਂ ਦੇ ਕਰਮ ਭਲੇ, ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ। ਸਾਧ ਸੰਗਤ ਕਰਨ ਵਾਲਿਆਂ ਗੁਰਮੁਖਾਂ ਨੂੰ ਜੰਮਾਂ ਦਾ ਤਰਾਸ ਨਹੀਂ ਹੈ। ਸੋ ਇਹ ਪਾਵਨ ਅੰਮ੍ਰਿਤ ਬਚਨ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਗੁਰਦੇਵ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ, ਵਿਆਖਿਆ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ